ਸਟਾਰ ਟਾਕ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੁਹਾਡੇ ਲਈ ਨਵਾਂ ਸਟਾਰ ਟਾਕ ਲੈ ਕੇ ਹਾਜ਼ਰ ਹੋਇਆ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸਟਾਰ ਟਾਕ ਦੇ ਵਿੱਚ ਅਸੀਂ ਤੁਹਾਡੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ। ਸੋ ਅੱਜ ਵੀ ਕੁਝ ਇਸੇ ਤਰ੍ਹਾਂ ਦਾ ਜਿਹੜਾ ਭਖਵਾਂ ਮੁੱਦਾ ਆਪਣੇ ਆਲੇ ਦੁਆਲੇ ਚੱਲ ਰਿਹਾ, ਖਾਸ ਕਰਕੇ ਜਿਹੜਾ ਭਾਰਤ ਦੇ ਵਿੱਚ ਕਿਸਾਨ ਮੋਰਚਾ ਹੈ, ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। 26 ਜਨਵਰੀ ਦੀ ਘਟਨਾ ਤੋਂ ਬਾਅਦ ਜੋ ਨਵੀਆਂ ਡਿਵੈਲਪਮੈਂਟ ਹੋਈਆਂ ਨੇ ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇਸ ਤੋਂ ਬਾਅਦ ਕਿਸਾਨ ਮੋਰਚੇ ਨੂੰ ਲੈ ਕੇ ਅਤੇ ਪੂਰੀ ਕਿਸਾਨੀ ਨੂੰ ਲੈ ਕੇ ਵੱਖ-ਵੱਖ ਮੀਡੀਆ ਦੇ ਵਿੱਚ ਜੋ ਆਰਟੀਕਲ, ਜੋ ਰਿਪੋਰਟਸ ਛਪ ਰਹੀਆਂ ਨੇ, ਖਾਸ ਕਰਕੇ ਭਾਰਤੀ ਕਿਸਾਨਾਂ ਦੀ ਜੋ ਹਾਲਾਤ ਨੇ ਉਹਨਾਂ ਨੂੰ ਪੱਛਮੀ ਦੇਸ਼ਾਂ ਦੇ ਨਾਲ ਜਿਹੜਾ ਕੰਪੇਅਰ ਕੀਤਾ ਜਾ ਰਿਹਾ, ਖਾਸ ਕਰਕੇ ਅਮਰੀਕਾ ਦੇ ਨਾਲ। ਸੋ ਇਹ ਸਾਰਾ ਸਿਨੈਰੀਓ ਕੀ ਹੈ, ਇਹਦੇ ਬਾਰੇ ਅੱਜ ਫਿਰ ਵਿਚਾਰ ਚਰਚਾ ਕਰਾਂਗੇ। ਸੋ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਨ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹਰਕੀਰਤ ਜੀ, ਜਿਹੜੇ ਭਾਰਤ ਦੇ ਵਿੱਚ ਕਿਸਾਨ ਮੋਰਚਾ ਚੱਲ ਰਿਹਾ, 26 ਜਨਵਰੀ ਦੀ ਜੋ ਘਟਨਾ ਹੋਈ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਇਹ ਜਿਹੜਾ ਮੋਰਚਾ ਹੈ ਤਕਰੀਬਨ ਲਗਭਗ ਸਮਾਪਤ ਹੈ। ਪਰ ਉਸ ਤੋਂ ਬਾਅਦ ਫਿਰ ਇਹ ਜਿਹੜੀ ਸਾਰਾ ਮੋਰਚਾ ਰਿਵਾਈਵ ਹੋ ਗਿਆ। ਹੁਣ ਫਿਰ ਇਹ ਕਿਹਾ ਜਾ ਰਿਹਾ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਉੱਥੇ ਜੁੜੇ ਹੋਏ ਹਨ। ਸੋ ਉਸ ਤੋਂ ਬਾਅਦ ਜੋ ਮੀਡੀਆ ਦੇ ਵਿੱਚ ਵੱਖ-ਵੱਖ ਰਿਪੋਰਟਸ ਆ ਰਹੀਆਂ ਨੇ, ਆਪਾਂ ਉਸ ਪਾਸੇ ਨਾ ਜਾਂਦੇ ਹੋਏ ਆਪਾਂ ਇਹ ਗੱਲ ਕਰਾਂਗੇ ਵੀ ਜਿਹੜਾ ਭਾਰਤੀ ਜਿਹੜਾ ਕਿਸਾਨ ਹੈ ਜਾਂ ਉਹਦੀ ਜੋ ਹਾਲਾਤ ਨੇ, ਉਹਨੂੰ ਪੱਛਮੀ ਦੇਸ਼ਾਂ ਦੇ ਨਾਲ ਕਈ ਵਾਰੀ ਜੋੜਿਆ ਜਾਂਦਾ ਵੀ ਜੇ ਪੱਛਮੀ ਦੇਸ਼ਾਂ ਦੇ ਵਿੱਚ ਜੋ ਹੁਣ ਉੱਥੇ ਕਾਨੂੰਨ ਆ ਰਹੇ ਨੇ, ਪੱਛਮੀ ਦੇਸ਼ਾਂ ਵਿੱਚ ਉਹ ਕਾਫੀ ਸਮੇਂ ਤੋਂ ਚੱਲ ਰਹੇ ਨੇ, ਪਰ ਜੋ ਹਾਲਾਤ ਪੱਛਮੀ ਦੇਸ਼ਾਂ ਦੇ ਬਣੇ, ਜੋ ਇਨਫਰਾਸਟਰਕਚਰ ਉਹਨਾਂ ਦਾ ਸੀ, ਉਹ ਕੀ ਭਾਰਤ ਦੇ ਵਿੱਚ ਹੈ? ਕੀ ਭਾਰਤ ਦੇ ਕਿਸਾਨ ਉਸ ਤਰ੍ਹਾਂ ਸਸਟੇਨ ਕਰ ਸਕਣਗੇ? ਸੋ ਇਹਦੇ ਬਾਰੇ ਆਪਾਂ ਅੱਜ ਥੋੜ੍ਹੀ ਜਿਹੀ ਵਿਚਾਰ ਚਰਚਾ ਕਰਾਂਗੇ। ਪਹਿਲਾਂ ਤਾਂ ਤੁਸੀਂ ਜੋ ਇੱਕ ਨਵਾਂ ਆਰਟੀਕਲ ਛਪਿਆ ਭਾਰਤ ਦੇ ਵਿੱਚ ਇੱਕ ਅਖਬਾਰ ਦੇ ਵਿੱਚ, ਉਹਨਾਂ ਨੇ ਹੂਬਹੂ ਇਹਨੂੰ ਜਿਹੜਾ ਕੰਪੇਅਰ ਕੀਤਾ ਭਾਰਤ ਦੇ ਕਿਸਾਨ ਨੂੰ ਅਤੇ ਅਮਰੀਕਾ ਦੇ ਕਿਸਾਨ ਨੂੰ। ਸਿਮਰਤ ਜੀ, ਉਸੇ ਤਰ੍ਹਾਂ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਾਂਗਾ। ਹਾਂਜੀ। ਕਿ ਜਿਹੜਾ ਪਿਛੋਕੜ ਜਿਹੜਾ ਆਪਾਂ ਦੇਖਦੇ ਹਾਂ ਕਿਸੇ ਚੀਜ਼ ਦਾ, ਥੋੜ੍ਹੀ ਜਿਹੀ ਰਿਸਰਚ ਵਰਕ ਆਪਾਂ ਕਰਦੇ ਹਾਂ, ਥੋੜ੍ਹਾ ਜਿਹਾ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ। ਕਿਉਂਕਿ ਕੋਈ ਵੀ ਜਿਹੜਾ ਵੀ ਅੰਦੋਲਨ ਹੁੰਦਾ, ਜਿਹੜੇ ਵੀ ਲਾਜ਼ ਹੁੰਦੇ ਨੇ ਜਾਂ ਕੋਈ ਗਵਰਨਮੈਂਟ ਡਿਸੀਜ਼ਨ ਲੈਂਦੀ ਆ, ਉਹ ਇੱਕ ਦਿਨ 'ਚ ਨਹੀਂ ਲਿਆ ਜਾਂਦਾ ਹੈ। ਔਰ ਜੇ ਉਹਦੀ ਖਿਲਾਫਤ ਹੁੰਦੀ ਹੈ ਜਾਂ ਉਹਦੀ ਐਕਸੈਪਟੈਂਸ ਹੁੰਦੀ ਆ, ਉਹ ਵੀ ਉਹਦੀ ਹੌਲੀ ਹੌਲੀ ਉਹਦੀ ਐਕਸੈਪਟੈਂਸ ਹੁੰਦੀ ਹੈ, ਹੌਲੀ ਹੌਲੀ ਉਹਦੀ ਖਿਲਾਫਤ ਹੁੰਦੀ ਹੈਗੀ। ਬਿਲਕੁਲ ਜੀ। ਉਹ ਇਸ ਤਰ੍ਹਾਂ ਨਹੀਂ ਹੈ। ਔਰ ਉਹਦੇ ਜੋ ਰੀਜ਼ਨ ਹੁੰਦੇ ਨੇ, ਉਹ ਇੱਕ ਰੀਜ਼ਨ ਸਿਰਫ ਇੱਕ ਖਿੱਤੇ ਦੇ, ਇੱਕ ਪ੍ਰਦੇਸ਼ ਦੇ ਰੀਜ਼ਨ ਨਹੀਂ ਹੁੰਦੇ ਹੈਗੇ, ਉਹ ਆਲ ਵਰਲਡ ਵਾਈਡ ਕੁਝ ਇਕਨੋਮਿਕ ਕੰਡੀਸ਼ਨਸ ਹੁੰਦੀਆਂ ਨੇ। ਔਰ ਉਹਨਾਂ ਦੀ ਉਹ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਹਾਂਜੀ। ਜੇ ਤੁਸੀਂ ਜ਼ਿਆਦਾ ਪਿੱਛੇ ਨਾ ਜਾਓ, 1970 ਲੇਟ 1980s ਦੇ ਵਿੱਚ ਜਾਂ ਸਟਾਰਟਿੰਗ 80s ਦੇ ਵਿੱਚ ਔਰ ਲੇਟ 70s ਦੇ ਵਿੱਚ ਅਮਰੀਕਾ ਦੇ ਵਿੱਚ ਜੋ ਨਿੱਜੀਕਰਨ ਹੋਇਆ ਸੀ, ਜੋ ਕਾਰਪੋਰੇਟਸ ਨੇ ਟੇਕ ਓਵਰ ਕਰ ਲਿਆ ਸੀ ਐਗਰੀਕਲਚਰ ਨੂੰ। ਸੋ ਇਹ ਯਾਦ ਹੋਣਾ ਕਿ ਇਹ ਗੱਲ ਹੈ ਕਿ ਸ਼ਾਇਦ 1983 ਦੇ ਵਿੱਚ ਬਹੁਤ ਸਾਰੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉਹ ਵੀ ਵਾਸ਼ਿੰਗਟਨ ਆ ਗਏ ਸੀ, ਜਿਨ੍ਹਾਂ ਨੇ ਸਾਰੇ ਉਹਨਾਂ ਦੀ ਸੜਕਾਂ ਦੇ ਉੱਪਰ ਸੇਮ ਸਿਨੈਰੀਓ ਜੋ ਅੱਜ ਆਪਾਂ ਨਵੀਂ ਦਿੱਲੀ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸੇ ਤਰ੍ਹਾਂ ਦਾ ਉਹ ਸਾਰਾ ਸਿਨੈਰੀਓ ਹੈ ਸੀ। ਔਰ ਜਦ ਮੈਂ ਉਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਥੋੜ੍ਹਾ ਜਿਹਾ ਪੜ੍ਹਿਆ ਉਹਦੇ ਬਾਰੇ, ਤਾਂ ਉਹ ਸੇਮ ਜਿਹੜੀ ਸਿਚੁਏਸ਼ਨ ਅੱਜ ਆਪਾਂ ਨਵੀਂ ਦਿੱਲੀ ਵਿੱਚ ਦੇਖ ਰਹੇ ਹਾਂ, ਉਹੀ ਸੇਮ ਸਿਚੁਏਸ਼ਨ ਹੈ ਸੀ। ਕਿਸਾਨ ਉੱਥੇ ਆਏ ਸੀ। ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸੀ, ਉਸ ਟਾਈਮ ਦੀ ਜਿਹੜੀ ਸਰਕਾਰ ਹੈ ਸੀ US ਦੇ ਵਿੱਚ, ਜਿਹੜੀਆਂ ਉਹਦੀਆਂ ਨੀਤੀਆਂ ਸੀ, ਉਸ ਨੀਤੀਆਂ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੀ ਕਮੋਡਿਟੀਜ਼ ਹੈ ਸੀ, ਉਹਨਾਂ ਦੇ ਪ੍ਰੋਡਕਟ ਹੈ ਸੀ, ਉਹ ਆਮ ਲੋਕਾਂ ਵਾਸਤੇ, ਆਮ ਵਾਸਤੇ ਉਹਦੇ ਪ੍ਰੋਡਕਟ ਰੇਂਜ, ਉਹਦੀ ਜੋ ਸੀ ਪ੍ਰਾਈਸ ਸੀ, ਉਹ ਕਾਫੀ ਵੱਧ ਗਈ ਸੀ। ਔਰ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਵੱਧ ਗਿਆ ਸੀ। ਸੋ ਉਹ ਸਸਟੇਨ ਕਹਿ ਰਿਹਾ ਸੀਗਾ ਵੀ ਉਸ ਟਾਈਮ ਤੇ 21-22% ਜਿਹੜਾ ਰੇਟ ਆਫ ਇੰਟਰਸਟ ਹੋ ਗਿਆ। ਹਾਂਜੀ, ਰੇਟ ਅਨਇਮੈਜਿਨੇਬਲ ਹੋ ਗਿਆ ਸੀ। ਸੋ ਉਹਦੇ ਨਾਲ ਕੀ ਸੀ, ਉਹ ਇਹ ਜਿਹੜੇ ਕਿਸਾਨ ਇਹ ਕਹਿੰਦੇ ਸੀ ਵੀ ਇਹਨੂੰ ਕਿਵੇਂ ਨਾ ਕਿਵੇਂ ਕੰਟਰੋਲ ਕੀਤਾ ਜਾਵੇ। ਲੇਕਿਨ ਹੌਲੀ ਹੌਲੀ ਸਰਕਾਰ ਨੇ ਆਪਣੇ ਜਿਹੜੇ ਲਾਜ਼ ਲੈ ਕੇ ਆਂਦੇ ਔਰ ਕਾਰਪੋਰੇਟ ਫਾਰਮਿੰਗ ਹੋਣੀ ਸ਼ੁਰੂ ਹੋ ਗਈ। ਔਰ ਜਿੰਨੇ ਵੀ ਛੋਟੇ ਕਿਸਾਨ ਸੀ, ਉਹ ਕਿਸਾਨਾਂ ਦੇ ਸਾਰੇ ਜਿਹੜੇ ਖੇਤ ਸੀ, ਉਹ ਵਿਕ ਗਏ ਸੀ ਉਸ ਟਾਈਮ। ਸੋ ਇਹ ਥੋੜ੍ਹਾ ਜਿਹਾ ਤੁਸੀਂ ਜਿਹਦਾ ਥੋੜ੍ਹਾ ਪਿਛੋਕੜ ਵੀ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੀ ਆਪਾਂ ਵੀ ਇਹ ਇੱਥੇ ਦੇ ਕਿਸਾਨਾਂ ਨੂੰ ਜਿਹੜਾ ਕਿਉਂ ਵੇਚਣੀ ਦੀ ਲੋੜ ਪਈ, ਜਿਹੜਾ ਇਹ ਸਾਰਾ ਕੁਝ ਆਪਣੀ ਜਿਹੜੀਆਂ ਫਾਰਮਲੈਂਡ, ਕਿਉਂਕਿ ਇੱਥੇ ਤਾਂ ਅਮਰੀਕਾ ਦੇ ਵਿੱਚ ਤਾਂ ਫਾਰਮ ਹੀ ਵੱਡੇ ਵੱਡੇ ਨੇ। 500-600 ਏਕੜ ਤਾਂ 2-2 ਹਜ਼ਾਰ 3-3 ਹਜ਼ਾਰ
ਈਵਨ ਬਿਲ ਗੇਟਸ ਦੇ ਕਹਿ ਰਹੇ ਨੇ ਤਾਂ ਆਲਮੋਸਟ 2.5 ਲੱਖ ਏਕੜ ਜਿਹੜਾ ਜ਼ਮੀਨ ਹੈ ਉਹਦੇ ਕੋਲ ਇਸ ਟਾਈਮ ਤੇ। ਹਾਂਜੀ, ਸੋ ਉਸ ਟਾਈਮ ਇਹ ਸੀ ਕਿ ਜਦ ਇਹ ਜਿਹੜੇ ਛੋਟੇ ਫਾਰਮ ਸੀ, ਹੁਣ ਆਪਾਂ ਛੋਟੇ ਫਾਰਮ ਆਪਾਂ ਕਹਿੰਦੇ ਉੱਥੇ 5 ਏਕੜ, ਹਾਂਜੀ, 6 ਏਕੜ, ਇੱਥੇ ਕਹਿੰਦੇ ਨੇ ਉਹ 500 ਏਕੜ, ਹਾਂਜੀ, 400 ਏਕੜ, ਇਸ ਤਰ੍ਹਾਂ ਦੇ ਛੋਟੇ ਫਾਰਮਰ ਜਿਹੜੇ ਹੈ ਸੀ। ਸੋ ਤੁਸੀਂ ਹੈਰਾਨ ਹੋਵੋਗੇ, 1 ਮਹੀਨੇ ਦੇ ਵਿੱਚ ਅਰਾਊਂਡ 500 ਫਾਰਮ ਜਿਹੜੇ ਸੀ ਉਹ ਆਕਸ਼ਨ ਹੋਏ ਸੀ। ਸੋ 500 ਫਾਰਮਰਸ ਨੇ ਆਪਣੇ ਜਿਹੜੇ ਖੇਤ ਸੀ ਉਹ ਵੇਚ ਦਿੱਤੇ ਗਏ ਸੀ। ਸੋ ਇਹ ਜਦ ਆਪਾਂ ਇਹ ਦੇਖੀਏ, ਮੇਰੇ ਖਿਆਲ ਇੱਕੋ ਹੀ ਸੂਬੇ ਦੇ ਵਿੱਚ ਸੀਗਾ ਇਹ, ਇੱਕੋ ਸੂਬੇ ਦੇ ਵਿੱਚ ਹੋਇਆ ਸੀ ਇਹ, ਆਇਓਵਾ ਦੇ ਵਿੱਚ। ਸੋ ਜਦ ਆਪਾਂ ਇਹ ਚੀਜ਼ ਦੇਖਦੇ ਹਾਂ, ਜਦ ਮੈਂ ਕੰਪੈਰੀਜ਼ਨ ਕਰਦਾ ਕਿ ਸ਼ਾਇਦ ਕਿਤੇ ਨਾ ਕਿਤੇ ਆਪਾਂ ਉਹਨੂੰ ਕੋਰਿਲੇਟ ਕਰਦੇ ਹਾਂ ਦੋਨੇ ਚੀਜ਼ਾਂ ਦੇ ਵਿੱਚ, ਸੇ ਉਹੀ ਚੀਜ਼ ਹੋਣ ਵਾਲੀ ਹੈ ਇਹ ਚੀਜ਼। ਬਟ ਇਹਦੇ 'ਚ ਜਿਹੜਾ ਯੂਐਸ ਦੀ ਉਸ ਟਾਈਮ ਪਾਪੂਲੇਸ਼ਨ ਬਹੁਤ ਤਕਰੀਬਨ ਕਾਫੀ ਜ਼ਿਆਦਾ ਘੱਟ ਸੀ, ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਮੈਂ ਕਰ ਰਿਹਾ। ਸੋ ਉਹਨਾਂ ਦੇ ਜਿਹੜੇ ਫਾਰਮਰ ਸੀ ਉਹ ਜੇ ਸ਼ਹਿਰਾਂ ਵੱਲ ਗਏ ਤਾਂ ਉਸ ਸਮੇਂ ਇੰਡਸਟਰੀਲਾਈਜੇਸ਼ਨ ਹੋ ਰਹੀ ਸੀ, ਉਹਦੇ 'ਚ ਉਹਨਾਂ ਨੂੰ ਇਨਕੋਰਪੋਰੇਟ ਕਰ ਲਿਆ, ਉਹਨਾਂ ਨੂੰ ਇੰਡਕਟ ਕਰ ਲਿਆ, ਔਰ ਉਹ ਜਿਹੜਾ ਫਾਰਮਰ ਸੀ ਉਹ ਸ਼ਹਿਰਾਂ ਵਿੱਚ ਜਾ ਕੇ ਵਸ ਗਏ ਔਰ ਉਹਨਾਂ ਨੇ ਆਪਣੇ ਹੋਰ ਕਿੱਤੇ ਅਪਣਾ ਲਏ। ਲੇਕਿਨ ਜੇ ਮੈਂ ਕੰਪੈਰੀਜ਼ਨ ਕਰਾਂ ਔਰ ਇੰਡੀਆ ਔਰ ਯੂਐਸ ਦਾ, ਤਾਂ ਜਿਹੜਾ ਇੰਡੀਆ ਦਾ ਜੋ ਇਸ ਹਾਲਾਤ ਹੈ ਨੇ ਔਰ ਜੋ ਇੱਥੇ ਦੇ ਸਾਰੀ ਸਿਚੁਏਸ਼ਨ ਹੈ, ਸ਼ਹਿਰਾਂ ਦੀ ਸਿਚੁਏਸ਼ਨ ਹੈ, ਇਨਫਰਾਸਟ੍ਰਕਚਰ ਦੀ ਸਿਚੁਏਸ਼ਨ ਹੈ, ਸ਼ਾਇਦ ਜਿਹੜੇ ਸ਼ਹਿਰ ਨੇ ਉਹ ਇੰਨੇ ਜ਼ਿਆਦਾ ਫਾਰਮਰਸ ਨੂੰ ਜਾਂ ਇੰਨੇ ਜ਼ਿਆਦਾ ਜਿਹੜੇ ਲੋਕ ਪਲਾਨ ਕਰਕੇ ਆਉਣਗੇ ਉਹਨਾਂ ਨੂੰ ਸ਼ਾਇਦ ਸਸਟੇਨ ਨਾ ਕਰ ਪਾਏ, ਉਹਨੂੰ ਨਾ ਆਪਣੇ ਆਪ 'ਚ ਸਮਾ ਪਾਏ। ਸੋ ਲੇਕਿਨ ਇਹ ਸਾਰੀ ਚੀਜ਼ ਜੋ ਹੈ ਇੱਕ ਹਾਲਾਤ ਦੇ ਨਜ਼ਰੀਏ ਦੇ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਇਹ ਕਿਉਂ ਹੋ ਰਹੇ ਨੇ, ਕਿਉਂ ਕਰ ਰਹੇ ਨੇ ਸਰਕਾਰ। ਦੇਖੋ, ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਇੱਕ ਆਪਾਂ ਚੇਂਜ ਲੈ ਕੇ ਆਈਏ। ਆਪਾਂ ਜਿਹੜਾ ਪਿਛਲੇ 70 ਸਾਲ ਤੋਂ ਜੋ ਖੇਤੀ ਦਾ ਜੋ ਇੱਕ ਪ੍ਰੋਫੈਸ਼ਨ ਹੈ ਜੋ ਬਣਿਆ ਹੋਇਆ, ਉਹ ਇੱਕ ਸਿਸਟਮ ਬਣਿਆ ਹੋਇਆ ਹੈ, ਉਹ ਸਿਸਟਮ ਨੂੰ ਚੇਂਜ ਕਰਕੇ ਅਸੀਂ ਨਵੇਂ ਤਰੀਕੇ ਨਾਲ ਜਿਵੇਂ ਸਾਰੀ ਦੁਨੀਆ ਚੱਲਦੀ ਹੈ ਉਸ ਤਰ੍ਹਾਂ ਚੱਲੀਏ। ਲੇਕਿਨ ਜਿਹੜਾ ਸਾਡੇ ਉੱਥੇ ਮੇਨ ਆਪਾਂ ਦੇਖੀਏ ਥਰਡ ਵਰਲਡ ਕੰਟਰੀਜ਼ ਵਿੱਚ ਕੀ ਹੈ ਕਿ ਉਹ ਹਜੇ ਉਹਨੇ ਡਿਵੈਲਪ ਨਹੀਂ ਹੈਗੇ ਨੇ, ਅੰਡਰ ਡਿਵੈਲਪ ਉਹਨੂੰ ਆਪਾਂ ਕਹਿੰਦੇ ਹਾਂ। ਜਿੱਥੇ ਉਹਨੂੰ ਡਿਵੈਲਪ ਹੋਣਾ ਚਾਹੀਦਾ ਉੱਥੇ ਉਹ ਸ਼ਾਇਦ ਹਜੇ ਆਪਣਾ ਪੂਰਾ ਧਿਆਨ ਨਹੀਂ ਦੇ ਰਹੇ ਹੈਗੇ, ਜਿੱਥੇ ਨਹੀਂ ਹੋਣਾ ਚਾਹੀਦਾ ਉੱਥੇ ਉਹ ਸ਼ਾਇਦ ਜ਼ਿਆਦਾ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਜਿਹੜੀ ਚੇਂਜ ਹੈ, ਜਿਹੜੀ ਫਾਰਮਿੰਗ ਦੇ ਵਿੱਚ ਵੀ ਚੇਂਜ ਹੈ, ਮੇਰੇ ਹਿਸਾਬ ਦੇ ਨਾਲ ਇਹ ਚੇਂਜ ਬਹੁਤ ਸਲੋ ਆਉਣੀ ਚਾਹੀਦੀ ਸੀ। ਤਾਂ ਕਿ ਪਰ ਇਹਦੇ ਵਿੱਚ ਜਿਹੜੀ ਭਾਰਤ ਦੀਆਂ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਇਹਦੇ ਬਾਰੇ ਕਾਫੀ ਤਰਕ ਵੀ ਦਿੰਦੀਆਂ ਰਹੀਆਂ ਨੇ ਵੀ ਜੋ ਕੁਝ ਪਿਛਲੇ ਸਾਲਾਂ ਦੇ ਵਿੱਚ ਰਿਪੋਰਟਸ ਆਈਆਂ ਨੇ ਐਗਰੀਕਲਚਰ ਦੇ ਰਿਫਾਰਮਸ ਦੇ ਲਈ, ਤੋਂ ਪਹਿਲਾਂ ਜਿੱਥੇ ਕਿਹਾ ਜਾ ਰਿਹਾ ਸੀਗਾ ਵੀ ਇਹਨੂੰ 50% ਰਿਫਾਰਮ ਕੀਤਾ ਜਾਵੇ, ਉਸ ਤੋਂ ਬਾਅਦ ਹੁਣ ਘਟਾ ਕੇ 20% ਤੇ ਆ ਗਏ ਨੇ। ਸੋ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਬੜੇ ਹੌਲੇ ਇਹ ਜਿਹੜਾ ਰਿਫਾਰਮ ਕਰ ਰਹੇ ਹਾਂ। ਦੇਖੋ ਸਿਮਰਤ ਜੀ, ਗੱਲ ਇਹ ਹੈ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੈਂ ਇਸ ਚੀਜ਼ ਦੇ ਹੱਕ ਵਿੱਚ ਹੈ ਕਿ ਜਿਹੜੀ ਉਹਨਾਂ ਕੰਟਰੀਆਂ ਵਿੱਚ ਰਿਫਾਰਮ ਆਉਣ ਉਹ ਬਹੁਤ ਸਲੋਲੀ ਆਉਣੇ ਚਾਹੀਦੇ ਨੇ ਤਾਂ ਕਿ ਲੋਕ ਉਸ ਚੀਜ਼ ਨੂੰ ਅਡੈਪਟ ਕਰ ਸਕਣ। ਜੇ ਆਪਾਂ ਇਮੀਡੀਏਟਲੀ ਕਿਸੇ ਚੀਜ਼ ਨੂੰ ਰਿਫਾਰਮ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿਤੇ ਨਾ ਕਿਤੇ ਆਮ ਜਨਤਾ ਜਿਹੜੀ ਹੈ ਜਾਂ ਉਹ ਜਿਹੜੇ ਹੁਣ ਜਿਵੇਂ ਫਾਰਮਿੰਗ ਸੈਕਟਰ ਦੇ ਵਿੱਚ ਫਾਰਮਰਸ ਨੇ ਉਹਨੂੰ ਐਕਸੈਪਟ ਨਹੀਂ ਕਰ ਪਾਉਣਗੇ ਜੋ ਅੱਜ ਹਾਲਾਤ ਬਣੇ ਹੋਏ ਨੇ। ਸੋ ਬੇਸਿਕਲੀ ਜੋ ਅੱਜ ਇਹ ਗੱਲ ਹੋ ਰਹੀ ਹੈ, ਇਹ ਐਕਸੈਪਟੈਂਸ ਦੀ ਬਹੁਤ ਵੱਡੀ ਚੀਜ਼ ਹੈ, ਐਂਟੀਸਪੇਸ਼ਨ ਦੀ ਬਹੁਤ ਵੱਡੀ ਚੀਜ਼ ਹੈ। ਉਹ ਐਂਟੀਸਪੇਟ ਕਰ ਰਹੇ ਨੇ ਕਿ ਅੱਜ ਤੋਂ 3 ਸਾਲ ਬਾਅਦ ਸਾਡੇ ਖੇਤਾਂ ਨਾਲ ਕੀ ਹੋਏਗਾ, ਫਾਰਮਿੰਗ ਸੈਕਟਰ ਦੇ ਨਾਲ ਕੀ ਹੋਏਗਾ, ਮੰਡੀਕਰਨ ਦੇ ਨਾਲ ਜਿਹੜੇ ਮੰਡੀ ਬੋਰਡਸ ਨੇ ਉਹਨਾਂ ਨਾਲ ਕੀ ਹੋਏਗਾ। ਕਿ ਉਹ ਮੈਂ ਇਹ ਸੋਚਦਾ ਕਿ ਇਹ ਦੋਨੇ ਚੀਜ਼ਾਂ ਇਕੱਠੀਆਂ ਚੱਲਣੀਆਂ ਚਾਹੀਦੀਆਂ ਸੀ। ਬਿਲਕੁਲ, ਉਹ ਨਾਲ ਚੱਲਦੀਆਂ, ਨਾਲ ਚੱਲਣ ਨਾਲ ਉਹ ਜਿਹੜੇ ਕਿਸਾਨ ਸੀ, ਜਿਹੜੇ ਸਾਡੇ ਫਾਰਮਰ ਵੀਰ ਨੇ, ਉਹ ਦੋਨਾਂ ਦਾ ਫਾਇਦਾ ਲੈ ਸਕਦੇ ਹੁੰਦੇ। ਨਾਲੇ ਆਪਾਂ ਕਿਉਂਕਿ ਇਹਦੇ ਜੋ ਆਪਾਂ ਅਮਰੀਕਾ ਦੀ ਫਾਰਮਿੰਗ ਦੇ ਨਾਲ ਇਹਦੀ ਕੰਪੈਰੀਜ਼ਨ ਕਰ ਰਹੇ ਹਾਂ, ਭਾਵੇਂ ਕਿ ਫਾਰਮ ਜਿਹੜਾ ਖੇਤਰਫਲ ਕਾਫੀ ਉਹਦੇ ਵਿੱਚ ਫਰਕ ਹੈ, ਪਰ ਅਮਰੀਕਾ ਦੇ ਵਿੱਚ ਵੀ ਜੋ ਇਸ ਸਮੇਂ ਭਾਰਤ ਦੇ ਵਿੱਚ ਜੋ ਸਿਸਟਮ ਚੱਲ ਰਿਹਾ, ਜੋ ਹਾਲਾਤ ਨੇ, ਇਸੇ ਤਰ੍ਹਾਂ ਦੇ ਅਮਰੀਕਾ 'ਚ ਵੀ 40-50 ਸਾਲ ਪਹਿਲਾਂ ਉੱਥੇ ਵੀ ਇੱਦਾਂ ਹੀ ਸੀ। ਇਸੇ ਤਰ੍ਹਾਂ ਸੁਸਾਇਟੀਜ਼ ਹੁੰਦੀਆਂ ਸੀ, ਇਸੇ ਤਰ੍ਹਾਂ ਹੀ ਜਿਹੜੇ ਫਾਰਮਰ ਨੇ ਅਲੱਗ-ਅਲੱਗ ਆਪਣੇ ਬੋਰਡ ਬਣਾਏ ਹੋਏ ਸੀਗੇ, ਇਸੇ ਤਰ੍ਹਾਂ ਜਿਹੜੀਆਂ ਕ੍ਰੈਡਿਟ ਯੂਨੀਅਨਸ ਹੁੰਦੀਆਂ ਸੀਗੀਆਂ ਜਿਹੜੀਆਂ ਕਿ ਫਾਰਮਰਸ ਦੇ ਭਲੇ ਦੇ ਲਈ ਕੰਮ ਕਰਦੀਆਂ ਸੀ, ਕਿਸਾਨਾਂ ਦੇ ਲਈ। ਸੋ ਹੌਲੀ-ਹੌਲੀ ਦੇਖ ਲਓ ਸਾਰਾ ਕੁਛ ਇੱਥੇ ਖਤਮ ਹੋ ਗਿਆ, ਜਿਹੜੀ ਕਾਰਪੋਰੇਟ ਫਾਰਮਿੰਗ ਹੋ ਗਈ ਸ਼ੁਰੂ। ਹਾਂਜੀ, ਸੋ ਇਹ ਜੋ ਕਿਸਾਨਾਂ ਦਾ ਡਰ ਹੈ ਕਿਤੇ ਨਾ ਕਿਤੇ, ਮੈਂ ਉਹਨੂੰ ਇਹ ਨਹੀਂ ਕਹਿੰਦਾ ਕਿ ਉਹ ਡਰ ਨਾਜਾਇਜ਼ ਹੈ, ਉਹ ਬਿਲਕੁਲ ਜਾਇਜ਼ ਡਰ ਹੈ। ਜਿਹੜਾ ਬੰਦਾ ਕੋਈ ਵੀ ਹੈ ਜਾਂ ਕੋਈ ਕਿਸਾਨ ਹੈ, ਕਿਉਂਕਿ ਜਿਹੜਾ ਸਾਡਾ ਮੇਨ ਕਿੱਤਾ 80% ਆਫ ਜਿਹੜੀ ਸਾਡੀ
ਪਾਪੂਲੇਸ਼ਨ ਸੀ ਉਹ ਫਾਰਮਿੰਗ ਸੈਕਟਰ ਦੇ ਉੱਪਰ ਡਿਪੈਂਡ ਕਰਦੀ ਸੀ। ਸੋ ਅੱਜ ਵੀ ਉਹ ਕਰਦੀ ਹੈ। ਆਪਾਂ ਜਿੰਨਾ ਮਰਜ਼ੀ ਕਹਿ ਲਈਏ ਕਿ ਠੀਕ ਹੈ ਇੰਡਸਟਰੀਲਾਈਜੇਸ਼ਨ ਹੋ ਗਈ ਹੈ, ਅਸੀਂ ਕਾਰਪੋਰੇਟ ਫਾਰਮਿੰਗ ਕਾਰਪੋਰੇਟ ਬਾਕੀ ਸਭ ਚੀਜ਼ਾਂ ਵੱਲ ਵੱਧ ਰਹੇ ਹਾਂ, ਲੇਕਿਨ ਕਿਤੇ ਨਾ ਕਿਤੇ ਜਿਹੜਾ ਸਾਡਾ ਪਿੰਡਾਂ ਦਾ ਸਾਡੇ ਜਿਹੜੇ ਐਗਰੀਕਲਚਰ ਰੂਰਲ ਜੋ ਵੀ ਹੈ ਜਗ੍ਹਾ, ਉੱਥੇ ਸਾਰਾ ਜਿਹੜਾ ਮੇਨ ਡਿਪੈਂਡੈਂਸੀ ਹੈ ਉਹ ਐਗਰੀਕਲਚਰ ਦੇ ਉੱਪਰ ਹੈ। ਅਸੀਂ ਐਗਰੀਕਲਚਰ ਨਾਲ ਇੰਨੇ ਜ਼ਿਆਦਾ ਜੁੜੇ ਹੋਏ ਹਾਂ, ਸਾਡੇ ਸਾਰੇ ਕਿੱਤੇ ਹੀ ਐਗਰੀਕਲਚਰ ਨਾਲ ਜੁੜੇ ਹੋਏ ਨੇ। ਸੋ ਉਹਨੂੰ ਅਸੀਂ ਇੱਕਦਮ ਚੇਂਜ ਕਰਨਾ ਮੈਨੂੰ ਨਹੀਂ ਲੱਗਦਾ ਹੈਗਾ, ਮੈਨੂੰ ਨਹੀਂ ਸਮਝ ਇਸ ਚੀਜ਼ ਵਿੱਚ ਕਿ ਅਸੀਂ ਉਹਨਾਂ ਨੂੰ ਇੰਨੀ ਫਾਸਟ ਚੇਂਜ ਕਰੀਏ ਕਿ ਲੋਕ ਐਕਸੈਪਟ ਹੀ ਨਾ ਕਰ ਪਾਉਣ। ਨਾਲੇ ਹਰਕੀਰਤ ਜੀ ਇਹ ਵੀ ਗੱਲ ਹੈ ਵੀ ਜੋ ਆਪਣੇ ਜੋ ਮਾਹਿਰਾਂ ਦੀ ਜੋ ਰਾਏ ਹੈ ਉਹ ਇਹ ਹੈ ਵੀ ਭਾਰਤ ਦੇ ਵਿੱਚ ਇੰਨਾ ਜੇ ਜਿਹੜਾ ਇੰਡਸਟਰੀ ਨਹੀਂ ਇੰਨੀ ਆਈ ਵੀ ਜੇ ਕਿਸਾਨ ਨੂੰ ਆਪਣੇ ਜਾਣਾ ਵੀ ਪਿਆ ਸ਼ਹਿਰਾਂ ਦੇ ਵਿੱਚ ਤੇ ਉਹ ਉਹਨਾਂ ਨੂੰ ਉਸ ਤਰ੍ਹਾਂ ਜਿਹੜਾ ਕੰਮ ਦੇ ਸਕਣਗੇ। ਉਹਦੇ 'ਚ ਗੱਲ ਇਹ ਹੈ ਕਿ ਸਿਮਰਤ ਜੀ ਦੇਖੋ, ਜਿਹੜੇ ਸਾਡੇ ਪੰਜਾਬ ਵਿੱਚ ਆਪਾਂ ਕਹਿ ਲਈਏ ਇਹ ਬਹੁਤ ਖੁਸ਼ਹਾਲ ਕਿਸਾਨ ਹੈਗੇ ਨੇ ਜਿਨ੍ਹਾਂ ਕੋਲ ਪਰ ਕਿਸਾਨ 50 ਏਕੜ ਤੋਂ ਵੱਧ ਜਿਹੜੀ ਹੈ ਉਹ ਜ਼ਮੀਨ ਹੈ ਨੇ, ਪਰ ਆਪਾਂ ਉੱਥੇ ਵੀ ਲਾਈਏ ਉਹ ਕਿੰਨੇ ਪਰਸੈਂਟੇਜ ਹੈ, ਉਹ ਬਹੁਤ ਥੋੜੀ ਪਰਸੈਂਟੇਜ ਹੈ। ਪਰ ਜੇ ਆਪਾਂ ਪੰਜਾਬ ਹਰਿਆਣਾ ਨੂੰ ਛੱਡ ਕੇ ਬਾਕੀ ਸਾਰੇ ਇੰਡੀਆ ਦੇ ਵਿੱਚ ਲਾਈਏ ਤਾਂ ਜਿਹੜੀ ਬਹੁਤਾਤ ਜਿਹੜੀ ਕਿਸਾਨਾਂ ਦੀ ਹੈ, ਉਹ ਕਿਸਾਨਾਂ ਦਾ ਜਿਹੜਾ ਕੋਲ ਜਿਹੜੇ ਖੇਤ ਨੇ ਉਹ ਸਿਰਫ 3 ਤੋਂ 5 ਏਕੜ ਦੇ ਜਾਂ 10 ਏਕੜ ਦੇ ਵਿੱਚ ਹੈ ਨੇ। ਈਵਨ ਹਰਕੀਰਤ ਜੀ ਜਿਹੜੇ ਭਾਰਤ ਦੇ ਹੋਰ ਕਈ ਸੂਬੇ ਨੇ ਜਿੱਥੇ ਹੁਣ ਆਪਾਂ ਪੰਜਾਬ ਹਰਿਆਣਾ ਜਾਂ ਯੂਪੀ ਦੀ ਗੱਲ ਕਰਦੇ ਆਪਾਂ ਏਕੜ ਜਾਂ ਕਿੱਲਿਆਂ ਦੇ ਵਿੱਚ ਜਿਹੜੀ ਜ਼ਮੀਨ ਨਾਪਦੇ ਆ, ਤਾਂ ਉਹ ਬਹੁਤੇ ਜਿਹੜੇ ਸੂਬਿਆਂ ਦੇ ਵਿੱਚ ਉਹ ਵਿਗਿਆਂ ਦੇ ਵਿੱਚ ਹੀ ਨਾਪਦੇ ਆ ਵੀ ਈਵਨ ਏਕੜਾਂ ਦੇ ਵਿੱਚ ਵੀ ਹੈ ਨਹੀਂ ਗੀ ਇੰਨੀ ਘੱਟ ਜ਼ਮੀਨ। ਹਾਂਜੀ, ਸੋ ਦੇਖਿਆ ਜਾਵੇ ਕਿ ਆਪਾਂ ਹੁਣ ਤੱਕ ਦੇਖਦੇ ਆਏ ਹਾਂ, ਆਪਾਂ ਆਪਣੇ ਮੂਵੀਜ਼ ਦੇਖਦੇ ਆਏ ਹਾਂ, ਆਪਾਂ ਬੁੱਕਸ ਪੜ੍ਹਦੇ ਆਏ ਹਾਂ, ਜਿਹੜੇ ਬਹੁਤ ਸਾਰੇ ਕੰਟਰੋਵਰਸ਼ਲ ਚੀਜ਼ਾਂ ਹੁੰਦੀਆਂ ਸੀ, ਜੋ ਸਾਡੇ ਰੀਤੀ ਰਿਵਾਜ ਬਣੇ ਹੋਏ ਸੀ ਉਹ ਸਾਹੂਕਾਰਾਂ ਦੇ ਨਾਲ ਰਿਲੇਟਡ ਹੁੰਦੀ ਸੀ ਸਭ ਚੀਜ਼ਾਂ ਦੇ ਨਾਲ। ਅੱਜ ਵੀ ਆਪਾਂ ਦੇਖਦੇ ਕਿ ਸਾਹੂਕਾਰ ਨੇ ਤੋਂ ਕਰਜ਼ਾ ਲੈ ਲਿਆ ਔਰ ਉਹ ਚੀਜ਼ ਨੂੰ ਫਿਰ ਪੀੜ੍ਹੀ ਦਰ ਪੀੜ੍ਹੀ ਤੁਸੀਂ ਉਹਦਾ ਇੰਟਰਸਟ ਦੇ ਰਹੇ ਹੋ। ਸੋ ਕਿਤੇ ਨਾ ਕਿਤੇ ਉਹ ਚੀਜ਼ ਨੂੰ ਆਪਾਂ ਖ਼ਤਮ ਕਰਨੇ ਚਾਹੁੰਦੇ ਸੀ। ਜਦ ਖ਼ਤਮ ਹੋਇਆ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕਿ ਜਾਗ੍ਰਿਤੀ ਆਈ ਤਾਂ ਇੱਕ ਹਰਿਤ ਕ੍ਰਾਂਤੀ ਆਈ ਤਾਂ ਜਿਹਦੇ ਵਿੱਚ ਬਹੁਤ ਜਿਹੜੇ ਕਿਸਾਨ ਸੀ ਉਹਨਾਂ ਨੂੰ ਫਾਇਦਾ ਵੀ ਹੋਇਆ, ਪ੍ਰੋਡਕਸ਼ਨ ਵਧੀ। ਹਰਕੀਰਤ ਜੀ ਆਪਾਂ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਆਪਾਂ ਇੱਕ ਬ੍ਰੇਕ ਲੈ ਲਈ, ਉਸ ਤੋਂ ਬਾਅਦ ਫਿਰ ਇਸ ਚਰਚਾ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਸਟਾਰ ਟਾਕ ਦੇ ਵਿੱਚ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ ਜੀ, ਤੁਸੀਂ ਦੇਖ ਰਹੇ ਹੋ ਸਟਾਰ ਟਾਕ। ਮੈਂ ਸਿਮਰਤ ਗਰੇਵਾਲ ਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਉਹਨਾਂ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਖਾਸ ਕਰਕੇ ਜੋ ਭਾਰਤ ਦੇ ਵਿੱਚ ਕਿਸਾਨ ਮੋਰਚਾ ਚੱਲ ਰਿਹਾ ਹੈ। ਸੋ ਵੱਖ-ਵੱਖ ਮੀਡੀਆ ਦੇ ਵਿੱਚ ਆਰਟੀਕਲ ਲੱਗ ਰਹੇ ਨੇ, ਰਿਪੋਰਟਾਂ ਛਪ ਰਹੀਆਂ ਨੇ ਤੇ ਉਹਨਾਂ ਨੂੰ ਕੰਪੇਅਰ ਕੀਤਾ ਜਾ ਰਿਹਾ ਵੀ ਪੱਛਮੀ ਦੇਸ਼ਾਂ ਦੇ ਵਿੱਚ ਕਿਵੇਂ ਕਿਸਾਨ ਪਹਿਲਾਂ ਸੀ ਤੇ ਹੌਲੀ-ਹੌਲੀ ਕਿਵੇਂ ਇੱਥੇ ਜਿਹੜੀ ਕਾਰਪੋਰੇਟ ਫਾਰਮਿੰਗ ਸ਼ੁਰੂ ਹੋ ਗਈ। ਸੋ ਇਹ ਕਿਹਾ ਜਾ ਰਿਹਾ ਹੈ ਵੀ ਅਲਟੀਮੇਟਲੀ ਜੇ ਭਾਰਤ ਸਰਕਾਰ ਨੇ ਇਹ ਤਿੰਨੇ ਕਾਨੂੰਨ ਵਾਪਸ ਨਾ ਕੀਤੇ, ਨਾ ਰਿਪੀਲ ਕੀਤੇ, ਤਾਂ ਭਾਰਤ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਬਣ ਜਾਣੇ ਜਿਸ ਤਰ੍ਹਾਂ ਦੇ ਅਮਰੀਕਾ ਜਾਂ ਹੋਰ ਪੱਛਮੀ ਮੁਲਕਾਂ ਦੇ ਵਿੱਚ ਬਣੇ ਨੇ। ਪਰ ਫਰਕ ਇਹ ਹੋਵੇਗਾ ਕਿ ਪੱਛਮੀ ਮੁਲਕਾਂ ਦੀਆਂ ਜੋ ਇਨਫਰਾਸਟਰਕਚਰ ਹੈ, ਜੋ ਉੱਥੇ ਦੀ ਇਕੋਨਮੀ ਉਹ ਇੰਨੀ ਵੱਡੀ ਸੀ, ਇੰਨੇ ਇੱਥੇ ਇੰਡਸਟਰੀ ਸੀਗੀ ਤੇ ਜਿਹੜੇ ਕਿਸਾਨ ਉਹ ਵਿੱਚ ਆਪਣਾ ਕਿਤੇ ਨਾ ਕਿਤੇ ਉਹਨਾਂ ਨੇ ਰੋਜ਼ਗਾਰ ਸ਼ੁਰੂ ਕਰ ਲਿਆ, ਪਰ ਭਾਰਤ ਦੇ ਵਿੱਚ ਉਸ ਤਰ੍ਹਾਂ ਦੇ ਹਾਲਾਤ ਨਹੀਂ ਗਏ। ਹਰਕੀਰਤ ਜੀ ਸਿਮਰਤ ਜੀ, ਬੈਂਗਲੋਰ ਬੇਸਡ ਇੱਕ ਐਂਥਰੋਪੋਲੋਜਿਸਟ ਨੇ ਡਾਕਟਰ ਵਿਸ਼ਾਵੀ, ਤੇ ਉਹ ਇਹ ਕਹਿੰਦੇ ਨੇ ਕਿ ਜੋ ਆਪਸ਼ਨਸ ਇੱਕ ਥਰਡ ਵਰਲਡ ਕੰਟਰੀ ਦੇ ਕਿਸਾਨ ਕੋਲ ਨਹੀਂ ਹੁੰਦੇ ਹੈਗੇ ਉਹ ਡਿਵੈਲਪ ਕੰਟਰੀ ਕੋਲ ਹੁੰਦੇ ਨੇ। ਸੋ ਜੇ ਆਪਾਂ ਇੰਡੀਆ ਦੇ ਗੱਲ ਕਰਾਂਗੇ, ਇੰਡੀਆ ਦੇ ਕਿਸਾਨਾਂ ਕੋਲ ਉਹ ਆਪਸ਼ਨਸ ਨਹੀਂ ਅਵੇਲੇਬਲ ਹੋਣਗੇ ਜੋ ਲੇਟ 70s ਦੇ ਵਿੱਚ ਇੱਕ US ਦੇ ਕਿਸਾਨ ਕੋਲ ਹੈ ਸੀ। ਉਹ ਇੰਡਸਟਰੀਲਾਈਜੇਸ਼ਨ ਹੋ ਰਹੀ ਸੀ, ਇੱਕ ਦੌਰ ਇਹੋ ਜਿਹਾ ਆਇਆ ਸੀ ਕਿ ਜਿਹਦੇ ਵਿੱਚ ਹਰ ਕੁਛ ਨਵੀਨੀਕਰਨ ਹੋ ਰਿਹਾ ਸੀ, ਬਹੁਤ ਸਾਰੀ ਨਵੀਆਂ ਚੀਜ਼ਾਂ ਆ ਰਹੀਆਂ ਸੀ, ਨਵੀਆਂ ਖੋਜਾਂ ਹੋ ਰਹੀਆਂ ਸੀ, ਨਵੀਆਂ ਚੀਜ਼ਾਂ ਅਡਾਪਟ ਲੋਕ ਕਰ ਰਹੇ ਸੀ, ਇੰਡਸਟਰੀਜ਼ ਆ ਰਹੀਆਂ ਸੀ, ਪੈਟਰੋਲੀਅਮ ਬੇਸਡ ਬਹੁਤ ਚੀਜ਼ਾਂ ਆ ਰਹੀਆਂ ਸੀ। ਸੋ ਜਿਹਦੇ ਬੇਸਿਸ ਦੇ ਨਾਲ ਉਹਨਾਂ ਨੂੰ ਆਪਸ਼ਨਸ ਮਿਲੇ ਔਰ ਉੱਥੇ ਉਹ ਆ ਕੇ ਆਪਣੇ ਆਪ ਨੂੰ ਉਹਨਾਂ ਦਾ ਫਿਊਚਰ ਉੱਥੇ ਆ ਗਿਆ। ਲੇਕਿਨ ਇੰਡੀਆ ਦੇ ਵਿੱਚ ਜਿਹੜੇ ਵੀ ਕੋਈ ਕਿਸਾਨ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਾਈਗਰੈਂਟ ਹੋ ਕੇ ਇੱਕ ਸ਼ਹਿਰ ਵਿੱਚ ਆਉਂਦਾ, ਉਹ ਮੋਸਟਲੀ ਇੱਕ ਕੰਸਟਰਕਸ਼ਨ ਵਰਕ ਵਿੱਚ ਜਾ ਕੇ ਜਾਂ ਹੋਰ ਜਿਹੜੇ ਮੈਨੂਅਲ ਜੌਬਸ ਨੇ ਫੈਕਟਰੀਜ਼ ਵਿੱਚ ਉਹ ਕਰਦੇ ਨੇ ਉਹ। ਸੋ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਕਿ ਜਿਵੇਂ ਕਿ ਬਿਹਾਰ ਦੇ ਵਿੱਚੋਂ ਆਪਾਂ ਲਾਈਏ, ਹੁਣ ਜਿੰਨੇ ਵੀ ਮਾਈਗਰੈਂਟ ਆਉਂਦੇ ਨੇ ਉਹ ਪੰਜਾਬ ਦੇ ਵਿੱਚ ਖੇਤੀ ਕਰਨ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਸਤੇ ਆਉਂਦੇ ਨੇ। ਬਿਲਕੁਲ। ਸੋ ਕਿਤੇ ਨਾ ਕਿਤੇ ਇਸ ਚੀਜ਼ ਤੋਂ ਸਾਨੂੰ ਇਹ ਲਾਉਣਾ ਚਾਹੀਦਾ ਕਿ ਉਹਨਾਂ ਕੋਲ ਜਿਹੜੇ ਖੇਤ ਹੈ ਨੇ ਜਾਂ ਨਹੀਂ ਹੈ ਕਿ ਉਹਨਾਂ ਦੇ ਖੇਤ ਕਿੱਥੇ ਨੇਗੇ, ਉਹ ਖੇਤੀ ਕਿਉਂ ਨਹੀਂ ਕਰਦੇ ਉੱਥੇ ਹੈਗੇ ਨੇ। ਸੋ ਸਾਨੂੰ ਇਹ ਚੀਜ਼ ਦੇਖਣਾ
ਇਹ ਸਾਰੀ ਚੀਜ਼ ਦੇ ਬਾਰੇ ਕਿਤੇ ਨਾ ਕਿਤੇ ਸਾਨੂੰ ਰਿਸਰਚ ਜ਼ਰੂਰ ਕਰਨੀ ਚਾਹੀਦੀ ਹੈ ਕਿ ਜਿੱਥੇ ਜਿੱਥੇ ਇਹ ਲਾਅ ਪਹਿਲਾਂ ਲਾਗੂ ਹੋਏ ਸੀ। ਹਾਂਜੀ, ਉਹ ਬਿਹਾਰ ਉਸ ਦੀ ਉਦਾਹਰਨ ਹੈ। ਹਾਂਜੀ, ਉੱਥੇ ਇਹ ਲਾਅ ਲਾਗੂ ਹੋਏ ਆ ਤੇ ਬਿਹਾਰ ਦੇ ਕਿਸਾਨ ਦੇ ਦੇਖ ਲਓ ਕੀ ਹਾਲਾਤ ਨੇ। ਹਾਂ, ਸੋ ਸਰ ਮੈਂ ਲਾਸਟ ਟਾਈਮ ਵੀ ਸ਼ਾਇਦ ਨਹੀਂ, ਉਹ 3-4 ਵੀਕ ਪਹਿਲਾਂ ਜਦ ਆਪਾਂ ਪ੍ਰੋਗਰਾਮ ਕੀਤਾ ਸੀ, ਮੈਂ ਇੱਕ ਐਗਜ਼ਾਮਪਲ ਦਿੱਤੀ ਸੀ। ਮੈਂ ਕਿਹਾ ਸੀ ਇਹ ਚੀਜ਼ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜਦ ਵੀ ਆਪਾਂ ਕੋਈ ਪ੍ਰੋਗਰਾਮ, ਕੋਈ ਆਪਾਂ ਨਵਾਂ ਚੇਂਜ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਕਰ ਇੰਨੇ ਇੰਪੋਰਟੈਂਟ ਟੌਪਿਕ ਦੇ ਉੱਪਰ, ਇੰਨੇ ਟੌਪਿਕ ਖੇਤਰ ਦੇ ਵਿੱਚ, ਤਾਂ ਸਾਨੂੰ ਚਾਹੀਦਾ ਕਿ ਪਹਿਲਾਂ ਉਸ ਨੂੰ ਅਸੀਂ ਇੱਕ ਐਗਜ਼ਾਮਪਲ, ਇੱਕ ਮਾਡਲ ਸੈੱਟ ਕਰੀਏ। ਆਪਣੀਆਂ 4 ਸਟੇਟਾਂ ਜਾਂ 3 ਸਟੇਟਾਂ ਨੂੰ ਲਈਏ, ਉਸ ਸਟੇਟਸ ਦੇ ਵਿੱਚ ਅਸੀਂ ਉਸ ਮਾਡਲ ਨੂੰ ਇੰਪਲੀਮੈਂਟ ਕਰੀਏ ਔਰ 1 ਸਾਲ ਤੋਂ 1.5-2 ਸਾਲ ਤੋਂ ਬਾਅਦ ਅਸੀਂ ਉਹਨਾਂ ਨੂੰ ਦਿਖਾਈਏ ਕਿ ਦੇਖੋ ਅਸੀਂ ਆਹ ਜਿਹੜਾ ਮਾਡਲ ਕੀਤਾ ਸੀ ਇੰਪਲੀਮੈਂਟ, ਇਹਦੇ ਕਿੰਨੇ ਫਾਇਦੇ ਹੋਏ ਨੇ ਜਾਂ ਇਹਦੇ ਕਿੰਨੇ ਨੁਕਸਾਨ ਹੋਏ ਨੇ। ਤਾਂ ਜੇ ਉਹਦੇ ਫਾਇਦੇ, ਜੇ ਨੁਕਸਾਨ ਹੋਏ ਨੇ ਤਾਂ ਆਪਾਂ ਉਹਨੂੰ ਸੁਧਾਰ ਕਰਕੇ ਕਿਵੇਂ ਉਹਨੂੰ ਬੈਟਰਮੈਂਟ ਕਰ ਸਕਦੇ ਹਾਂ। ਜਦੋਂ ਪੂਰੀ ਤਰ੍ਹਾਂ ਨਾਲ ਬੈਸਟ ਆਫ ਦਾ ਰਿਜ਼ਲਟਸ ਦੇਣ ਲੱਗ ਜੇ, ਫਿਰ ਅਸੀਂ ਲੋਕਾਂ ਦੇ ਸਾਹਮਣੇ ਉਹਨੂੰ ਪੇਸ਼ ਕਰੀਏ, ਆਪਣੇ ਬਾਕੀ ਸਟੇਟਸ ਦੇ ਸਾਹਮਣੇ ਪੇਸ਼ ਕਰੀਏ ਔਰ ਕਹੀਏ ਨਾਓ ਯੂ ਹੈਵ ਟੂ ਸੀ ਦਿਸ ਐਂਡ ਯੂ ਹੈਵ ਟੂ ਗੈਟ ਇਟ ਅਕੋਰਡਿੰਗ ਟੂ ਦਿਸ। ਉਹਨੂੰ ਇੰਪਲੀਮੈਂਟ ਆਪਾਂ ਕਰਾਂਗੇ ਤਾਂ ਤੁਹਾਨੂੰ ਇੰਨਾ ਫਾਇਦਾ ਹੋਏਗਾ। ਸੋ ਜੇ ਇਹ ਕੀਤਾ ਜਾਂਦਾ ਤਾਂ ਸ਼ਾਇਦ ਇਸ ਤੱਕ ਨੌਬਤ ਹੀ ਨਾ ਆਉਂਦੀ, ਤਾਂ ਯੂਪੀ, ਹਰਿਆਣਾ, ਪੰਜਾਬ, ਰਾਜਸਥਾਨ, ਜਿੰਨੇ ਵੀ ਇਹ ਸਾਰੇ ਇਹ ਸਟੇਟਸ ਦੇ ਕਿਸਾਨ ਹੈ ਨੇ, ਤੁਹਾਨੂੰ ਆਸਾਨੀ ਨਾਲ ਐਕਸੈਪਟ ਕਰ ਸਕਦੇ ਸੀ। ਨਾਲੇ ਇੱਕ ਹੋਰ ਗੱਲ ਆ ਹਰਕੀਰਤ ਜੀ, ਜਿਹੜਾ ਕਿਸਾਨ ਵੀ ਖਾਸ ਕਰਕੇ ਇਹਨਾਂ ਜੋ ਸੂਬਿਆਂ ਦੇ ਜਿਹੜਾ ਨੇ ਤੁਸੀਂ ਨਾਂ ਲਿਆ ਉੱਥੇ ਹੀ ਜ਼ਿਆਦਾ ਨੇ, ਪੰਜਾਬ ਲਾ ਲਓ, ਹਰਿਆਣਾ, ਯੂਪੀ ਤੇ ਰਾਜਸਥਾਨ, ਤੇ ਇਹਨਾਂ ਸੂਬਿਆਂ ਦੇ ਵਿੱਚ ਹੀ ਜਿਹੜਾ ਪੰਜਾਬ ਤੋਂ ਕਿਸਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਜਿਨ੍ਹਾਂ ਨੇ ਜ਼ਮੀਨਾਂ ਲਈਆਂ ਹੋਈਆਂ ਨੇ ਤੇ ਉਹ ਉੱਥੇ ਖੇਤੀ ਕਰ ਰਹੇ ਨੇ। ਹਾਂਜੀ, ਸੋ ਹਾਂਜੀ, ਉਹ ਇਸ ਕਰਕੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਆਪਾਂ ਇਹ ਨਹੀਂ ਕਹਿ ਸਕਦੇ ਹੈ ਕਿ ਇਹ ਟਾਈਮ ਟੈਸਟਡ ਹੈ। ਜਦ ਆਪਾਂ ਕਿਸੇ ਚੀਜ਼ ਨੂੰ ਟਾਈਮ ਟੈਸਟ ਕਰ ਦਿੰਦੇ ਹਾਂ, ਦੈਨ ਵੀ ਕੈਨ ਸੈਟ ਐਨ ਐਗਜ਼ਾਮਪਲ ਫॉर ਇਟ ਕਿ ਠੀਕ ਹੈ ਜੀ, ਇਹ ਟਾਈਮ ਟੈਸਟਡ ਚੀਜ਼ ਹੈ, ਅਸੀਂ ਇਹਨੂੰ ਐਗਜ਼ਾਮਪਲ ਸੈੱਟ ਕਰ ਚੁੱਕੇ ਹਾਂ ਔਰ ਅਸੀਂ ਇਹ ਯੂਜ਼ ਕਰ ਚੁੱਕੇ ਹਾਂ, ਇਹਦੇ ਸਾਨੂੰ ਬੈਸਟ ਆਫ ਦਾ ਰਿਜ਼ਲਟ ਮਿਲੇ ਨੇ, ਅਸੀਂ ਇਹਨੂੰ ਹੋਰ ਕਿੱਦਾਂ ਸੁਧਾਰ ਕਰ ਸਕਦੇ ਹਾਂ, ਅਸੀਂ ਇਹਨੂੰ ਹੋਰ ਸੁਧਾਰ ਕਰਕੇ ਅਸੀਂ ਬਾਕੀ ਲੋਕਾਂ ਦਾ ਵੀ ਫਾਇਦਾ ਕਰ ਸਕਦੇ ਹਾਂ। ਨਾਲੇ ਦੂਸਰੀ ਗੱਲ ਇਹ ਆ, ਹੁਣ ਹਰਕੀਰਤ ਜੀ, ਹੁਣ ਆਪਾਂ ਜਦੋਂ ਕਈ ਵਾਰੀ ਗੱਲ ਕਰਦੇ ਹਾਂ ਵੀ ਜੇ ਇਸ ਚੀਜ਼ ਨੂੰ, ਜਿਨ੍ਹਾਂ ਨੂੰ ਤੁਸੀਂ ਕੋਈ ਚੀਜ਼ ਦੇ ਰਹੇ ਹੋ, ਜੇ ਉਹ ਬੰਦਾ ਚਾਹੁੰਦਾ ਹੈ ਵੀ ਮੈਂ ਚੀਜ਼ ਨਹੀਂ ਲੈਣੀ, ਤਾਂ ਤੁਸੀਂ ਉਸ ਨੂੰ ਕਿਉਂ ਜ਼ਬਰਦਸਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਜੋ ਹਾਲਾਤ ਭਾਰਤ ਦੇ ਸਰਕਾਰ ਜਾਂ ਕਿਸਾਨਾਂ ਦੇ ਵਿੱਚ ਉਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਕਿਸਾਨ ਭਾਵੇਂ ਹੀ ਵੱਖ-ਵੱਖ ਸੂਬਿਆਂ ਤੋਂ ਆਏ ਨੇ, ਵੱਖ-ਵੱਖ ਜਥੇਬੰਦੀਆਂ ਨੇ ਜੋ ਕਹਿ ਰਹੇ ਨੇ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਸੋ ਸਰਕਾਰ ਕਿਉਂ ਵਜਦ ਹੈ ਵੀ ਨਹੀਂ ਅਸੀਂ ਤਾਂ ਜਿਹੜੇ ਕਾਨੂੰਨ ਲਾਗੂ ਕਰਨੇ ਹੀ ਕਰਨੇ ਨੇ? ਦੇਖੋ, ਉਹਦੇ 'ਚ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਜਿਹੜੇ ਕਾਨੂੰਨਾਂ ਬਾਰੇ ਬਹੁਤ ਡਿਟੇਲਡ ਪੜ੍ਹਨਾ ਜਾਂ ਉਹਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਐਕਚੁਅਲ 'ਚ ਕੀ ਸਰਕਾਰ ਕਹਿਣਾ ਚਾਹੁੰਦੀ ਹੈ ਔਰ ਕੀ ਕਿਸਾਨ ਸਮਝ ਰਹੇ ਨੇ। ਜੇ ਉਹ ਕਾਨੂੰਨ ਨੂੰ, ਉਹ ਤਿੰਨੇ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਬੈਠ ਕੇ ਕਿਸਾਨ ਵੀ ਪੜ੍ਹਨ ਔਰ ਉਹ ਦੇਖਣ ਵੀ ਇਹਦੇ 'ਚ ਵਾਕਈ ਕਿੱਥੇ ਕਿੰਨਾ ਨੁਕਸਾਨ ਹੋ ਸਕਦਾ ਹੈ ਜਾਂ ਸਾਨੂੰ ਇਹਦੇ 'ਚੋਂ ਅਸੀਂ ਕਿੱਦਾਂ ਇਹਨੂੰ ਅਸੀਂ ਫਾਇਦਾ ਚੱਕ ਸਕਦੇ ਹਾਂ। ਸੋ ਜੇ ਉਹਦੇ 'ਚ ਆਪਾਂ ਕਿਤੇ ਉਸ ਚੀਜ਼ ਦਾ ਫਾਇਦਾ ਚੱਕ ਸਕਦੇ ਹਾਂ, ਸਾਨੂੰ ਜ਼ਰੂਰ ਚੱਕਣਾ ਚਾਹੀਦਾ। ਜੇ ਸਾਨੂੰ ਲੱਗਦਾ ਕਿ ਅਸੀਂ ਬਿਲਕੁਲ ਫਾਇਦਾ ਇਹਦਾ 1% ਵੀ ਉਹਦਾ ਫਾਇਦਾ ਨਹੀਂ ਹੈ, ਤਾਂ ਸਾਨੂੰ ਉਹਦਾ ਬਿਲਕੁਲ ਨਹੀਂ ਉਹਦਾ ਫਾਇਦਾ ਚੱਕਣਾ ਚਾਹੀਦਾ ਹੈਗਾ, ਸਾਨੂੰ ਬਿਲਕੁਲ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੀਦਾ ਹੈਗਾ। ਲੇਕਿਨ ਹੁਣ ਇਹ ਕੌਣ ਡਿਸਾਈਡ ਕਰੇਗਾ ਕਿ ਇਸ ਚੀਜ਼ ਦੇ ਸਾਨੂੰ ਕਿੰਨੇ ਨੁਕਸਾਨ ਨੇ ਤੇ ਕਿੰਨੇ ਫਾਇਦੇ ਨੇ? ਹਰਕੀਰਤ ਜੀ, ਉਹੀ ਤਾਂ ਜਿਹੜਾ ਕਨਫਿਊਜ਼ਨ ਪਿਆ ਹੋਇਆ, ਕਿਉਂਕਿ ਜੇ ਐਗਰੀਕਲਚਰ ਮਾਹਰ ਹੋਏ, ਅਰਥ ਸ਼ਾਸਤਰੀ ਹੋਏ ਜਾਂ ਹੋਰ ਜਿੰਨੇ ਵੀ ਬੁੱਧੀਜੀਵੀ ਨੇ, ਉਹ ਵੀ ਆਪਸ 'ਚ ਵੰਡੇ ਹੋਏ ਨੇ। ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਨੇ, ਨਹੀਂ ਜੀ ਇਹ ਕਾਨੂੰਨ ਬਿਲਕੁਲ ਠੀਕ ਨਹੀਂ ਗੇ, ਅਤੇ ਬਹੁਤ ਸਾਰੇ ਬੁੱਧੀਜੀਵੀ ਜਾਂ ਖੇਤੀ ਮਾਹਰ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਉਹ ਕਹਿ ਰਹੇ ਨੇ ਜੀ ਇਹ ਬੜੇ ਕਿਸਾਨ ਦੇ ਹਿੱਤ ਦੇ ਵਿੱਚ ਨੇ। ਬਿਲਕੁਲ, ਸੋ ਦੋਨੇ ਪਾਸੇ ਜਿਹੜੇ ਤਰਕ ਦਿੱਤੇ ਜਾ ਰਹੇ ਨੇ। ਮੈਂ ਸਮਝ ਗਿਆ, ਬਿਲਕੁਲ ਸਹਿਮਤ ਹਾਂ, ਕਿਉਂਕਿ ਜੋ ਅੱਜ ਕੱਲ੍ਹ ਜੋ ਨਿਊਜ਼ ਮੈਂ ਦੇਖਦਾ ਹੈ ਜਾਂ WhatsApp 'ਤੇ ਜਾਂ ਸੋਸ਼ਲ ਮੀਡੀਆ 'ਤੇ ਨਿਊਜ਼ ਘੁੰਮ ਰਹੀਆਂ ਨੇ, ਸੋ ਉਹਦੀ ਬਹੁਤ ਪੋਲਰਾਈਜੇਸ਼ਨ ਹੋ ਰਹੀ ਹੈ। ਹਾਂਜੀ, ਜਿਹੜੇ ਲੋਕ ਉਹਦੇ ਖਿਲਾਫ ਨੇ ਉਹ ਬਹੁਤ ਜ਼ਿਆਦਾ ਖਿਲਾਫ ਨੇ ਔਰ ਜਿਹੜੇ ਉਹਦੇ ਅਗੇਂਸਟ ਨੇ ਉਹ ਬਹੁਤ ਜ਼ਿਆਦਾ ਅਗੇਂਸਟ ਨੇ। ਪਰ ਮੈਂ ਇੱਕ ਚੀਜ਼ ਨੂੰ ਹੋਰ ਵੀ ਸਿਮਰਤ ਜੀ, ਹਮੇਸ਼ਾ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਹਮੇਸ਼ਾ ਕਹਿਣਾ ਉਹਨਾਂ ਨੂੰ ਕਿ ਜਦ ਇਹ ਮੁੱਦਾ ਸੀ, ਇਹ ਮੁੱਦਾ ਐਗਰੀਕਲਚਰ ਬੇਸ ਸੀ, ਇਕਨੋਮਿਕਲ ਬੇਸ ਸੀ, ਫਿਰ ਇਹ ਪੋਲੀਟੀਕਲ ਹੋਇਆ ਔਰ ਫਿਰ ਇਹਨੂੰ ਰਿਲੀਜੀਅਸ ਰੰਗ ਦਿੱਤਾ ਜਾ ਰਿਹਾ ਹੈਗਾ, ਇਹ ਰਿਲੀਜੀਅਸ ਮੁੱਦਾ ਬਣਦਾ ਜਾ ਰਿਹਾ ਹੈਗਾ। ਸੋ ਮੈਂ ਇਹ ਸਭ ਨੂੰ ਇਹ ਦਰਖਾਸਤ ਕਰਨੀ ਚਾਹੁੰਦਾ, ਹਮੇਸ਼ਾ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਇੱਕ ਕਿਸਾਨਾਂ ਦੇ ਪ੍ਰਤੀ, ਕਿਸਾਨਾਂ ਦੇ ਫਾਇਦੇ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਇਹ ਕਿ ਇਹ ਗਲਤ ਹੈ ਜਾਂ ਇਹ ਸਹੀ ਹੈ ਜਾਂ ਇਹ ਕੋਈ ਰਿਲੀਜੀਅਸ ਨਾਂ ਦੇ ਕੇ ਉਹਨੂੰ ਰੰਗ ਦੇ ਕੇ
ਪਲੀਜ਼ ਇਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਦੇ ਵਿੱਚ ਹੁਣ ਟਾਈਮ ਕੀ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਇਹਦਾ ਮਾਈਲੇਜ ਲੈਣਾ ਚਾਹੁੰਦੇ ਨੇ, ਜਿਹੜਾ ਫਾਇਦਾ ਚੱਕਣਾ ਚਾਹੁੰਦੇ ਨੇ, ਉਹ ਆਪਣਾ ਫਾਇਦਾ ਚੱਕ ਲੈਣਗੇ ਤੇ ਸਾਨੂੰ ਇੱਕ ਆਮ ਜਿਹੜੀ ਜਨਤਾ ਹੈ, ਆਮ ਇਨਸਾਨ ਹੈ, ਆਮ ਕਿਸਾਨ ਨੇ, ਉਹਨਾਂ ਨੂੰ ਇਸ ਚੀਜ਼ ਫਾਇਦੇ ਤੋਂ ਅਸੀਂ ਵਾਂਝੇ ਰੱਖਾਂਗੇ ਉਸ ਚੀਜ਼ ਤੋਂ। ਸੋ ਸਾਨੂੰ ਇਹ ਦੇਖਣਾ ਹੈ ਕਿ ਅਸੀਂ ਇਹਨਾਂ ਦੇ ਜੋ ਗੱਲ ਕਰੀਏ ਤਾਂ ਅਸੀਂ ਤਰਕ ਨਾਲ ਗੱਲ ਕਰੀਏ, ਅਸੀਂ ਦਲੀਲ ਨਾਲ ਗੱਲ ਕਰੀਏ, ਅਸੀਂ ਨੌਲੇਜ ਨਾਲ ਗੱਲ ਕਰੀਏ, ਨਾ ਕਿ ਸਿਰਫ ਇਸ ਤਰ੍ਹਾਂ ਗੱਲ ਕਰੀਏ ਕਿ ਨਹੀਂ ਇਹ ਜੀ ਇਹ ਖਤਮ ਹੋਣੇ ਚਾਹੀਦੇ ਨੇ, ਨਹੀਂ ਹੋਣੇ ਚਾਹੀਦੇ ਨੇ, ਇਹ ਆਹ ਰਿਲੀਜਨ ਨਾਲ ਰਿਲੇਟਡ ਹੈ, ਆਹ ਇਹ ਪਰਟੀਕੁਲਰ ਕਾਸਟ ਨਾਲ ਰਿਲੇਟਡ ਹੈ। ਇਹ ਚੀਜ਼ ਜੇ ਨਹੀਂ ਆਪਾਂ ਕਰਾਂਗੇ ਤਾਂ ਸਾਡੇ ਜਿਹੜੇ ਵੀਰ ਭੈਣ ਭਰਾ ਸਾਡੇ ਇੰਡੀਆ 'ਚ ਰਹਿ ਰਹੇ ਨੇ, ਉਹਨਾਂ ਵਾਸਤੇ ਫਾਇਦੇਮੰਦ ਸਿੱਧ ਹੋਏਗੀ ਅਸੀਂ, ਕਿਉਂਕਿ ਅਸੀਂ ਇੱਥੇ ਬੈਠ ਕੇ ਉਸ ਚੀਜ਼ ਨੂੰ ਸਪੋਰਟ ਕਰੀਏ ਜੋ ਸਾਡੇ ਭੈਣ ਭਰਾਵਾਂ ਵਾਸਤੇ ਫਾਇਦੇਮੰਦ ਹੈ, ਨਾ ਕਿ ਸਿਰਫ ਅਸੀਂ ਪੋਲੀਟੀਸ਼ੀਅਨਸ ਦੇ ਮਗਰ ਲੱਗ ਕੇ ਅਸੀਂ ਉਹਨਾਂ ਨੂੰ ਇਸ ਸਟੇਜ 'ਤੇ ਖੜੇ ਕਰ ਦਈਏ ਕਿ ਉਹਨੂੰ ਇਹ ਨਾ ਸਮਝ ਆਵੇ ਕਿ ਸਹੀ ਕੀ ਹੈ, ਗਲਤ ਕੀ ਹੈ। ਪਰ ਹਰਕੀਰਤ ਜੀ, ਜੋ ਹਾਲਾਤ ਅੱਜ ਉੱਥੇ ਦੇਖਣ ਨੂੰ ਮਿਲ ਰਹੇ ਨੇ, ਕਿਵੇਂ ਸਰਕਾਰ ਨੇ ਦਿੱਲੀ ਵੱਲ ਨੂੰ 12 ਲੇਅਰਸ ਦੀ ਜਿਹੜੀ ਬੈਰੀਕੇਡਿੰਗ ਕਰ ਦਿੱਤੀ ਹੈ, ਕਿਵੇਂ ਸੜਕਾਂ ਜਿਹੜੀਆਂ ਪੱਕੀਆਂ ਸੜਕਾਂ ਪੁੱਟ ਕੇ ਉੱਥੇ ਨੇਲਿੰਗ ਕਰ ਦਿੱਤੀ ਹੈ, ਉੱਥੇ ਵੱਡੇ ਜਿਹੜੇ ਆਪਣੇ ਮੈਟਲ ਦੀਆਂ ਮੇਖਾਂ ਠੋਕ ਦਿੱਤੀਆਂ ਨੇ। ਸੋ ਇਸ ਤੋਂ ਲੱਗਦਾ ਹੈ ਵੀ ਸਰਕਾਰ ਨਾ ਤਾਂ ਹੁਣ ਗੱਲ ਕਰਨ ਦੇ ਮੂਡ ਦੇ ਵਿੱਚ ਹੈ, ਹਾਲਾਂਕਿ ਪ੍ਰਧਾਨ ਮੰਤਰੀ ਈਵਨ ਜਿਹੜੇ ਖੇਤੀ ਮੰਤਰੀ ਉਹ ਕਹਿ ਰਹੇ ਨੇ ਵੀ ਅਸੀਂ ਗੱਲਬਾਤ ਲਈ ਹਜੇ ਵੀ ਤਿਆਰ ਹਾਂ, ਪਰ ਜੋ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਉਹ ਲੱਗ ਰਿਹਾ ਵੀ ਮੇਰਾ ਖਿਆਲ ਵੀ ਜਿਹੜੀ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਸਿਮਰਨ ਜੀ, ਮੈਂ ਸਾਰੇ ਇਸ ਆਪਣੇ ਪ੍ਰੋਗਰਾਮਸ ਵਿੱਚ ਜਿਹੜਾ ਆਪਾਂ ਕਿਸਾਨਾਂ ਦੇ ਉੱਪਰ ਕੀਤੇ ਨੇ, ਉਹਨਾਂ 'ਚ ਇੱਕ ਚੀਜ਼ ਦੀ ਮੈਨੂੰ ਜੋ ਬਹੁਤ ਕਮੀ ਮਹਿਸੂਸ ਹੋਈ ਹੈ, ਮੈਂ ਹਮੇਸ਼ਾ ਕਹਿੰਦਾ ਰਹਿਣਾ ਔਰ ਹਮੇਸ਼ਾ ਕਹਿੰਦਾ ਰਹਾਂਗਾ, ਜੋ ਮੈਨੂੰ ਮਹਿਸੂਸ ਹੁੰਦਾ ਹਾਂਜੀ ਕਿ ਕਿਤੇ ਨਾ ਕਿਤੇ ਜੋ ਲੀਡਰਸ਼ਿਪ ਦੀ ਕਮੀ ਮਹਿਸੂਸ ਹੁੰਦੀ ਹੈ ਮੈਨੂੰ। ਕਿਤੇ ਨਾ ਕਿਤੇ ਜਿਹੜੇ ਲੀਡਰ ਨੇ ਉਹ ਇਕਜੁੱਟ ਹੋ ਕੇ ਨਹੀਂ ਚੱਲਦੇ। ਉਹਨਾਂ ਦਾ ਜਿਹੜਾ ਏਕਾ ਬਹੁਤ ਇੰਪੋਰਟੈਂਟ ਹੈ। ਉਹਨਾਂ ਦੇ ਜੋ ਗੱਲ ਕਰਨ ਦਾ ਜੋ ਮੈਸੇਜ ਹੈ ਉਹ ਬੜਾ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਕੀ ਚਾਹੁੰਦੇ ਹਾਂ। ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਅਸੀਂ MSP 'ਤੇ ਵੀ ਗੱਲ ਕਰਨ ਨੂੰ ਤਿਆਰ ਹੈ, ਅਸੀਂ ਇਹਨੂੰ ਪੋਸਟਪੋਨ ਕਰਨ 'ਤੇ ਵੀ ਤਿਆਰ ਹੈ। ਅਸੀਂ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਉਹਦਾ ਫਾਇਦਾ ਕਿਉਂ ਨਹੀਂ ਚੱਕ ਪਾ ਰਹੇ ਹੈਗੇ। ਜੇ ਕਾਨੂੰਨ ਦਾ ਅਸੀਂ ਕਿਤੇ ਨਾ ਫਾਇਦਾ ਚੱਕ ਪਾਈਏ ਤਾਂ ਕਿ ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਸਮਝਾ ਪਾਈਏ ਵੀ ਕਿੱਦਾਂ ਦੇਖੋ ਅਲਟੀਮੇਟਲੀ ਚੇਂਜ ਤਾਂ ਆਉਣੀ ਹੈ। ਬਿਲਕੁਲ ਜੀ, ਚੇਂਜ ਤਾਂ ਆਉਣੀ ਹੈ। ਤੁਸੀਂ ਚੇਂਜ ਨੂੰ ਰੋਕ ਨਹੀਂ ਸਕਦੇ ਹੈਗੇ। ਤੁਸੀਂ 50 ਸਾਲ 100 ਸਾਲ ਪਹਿਲਾਂ ਵਾਂਗੂ ਅੱਜ ਆਪਾਂ ਖੇਤੀ ਨਹੀਂ ਕਰ ਸਕਦੇ। ਆਪਾਂ ਦੇਖਦੇ ਆਏ ਹਾਂ ਕਿ ਖੇਤੀ ਦੇ ਤਰੀਕੇ ਚੇਂਜ ਹੋਏ ਨੇ, ਖੇਤੀ ਕਰਨ ਦੇ ਤਰੀਕੇ ਚੇਂਜ ਹੋਏ ਨੇ ਔਰ ਉਹਨਾਂ 'ਚ ਹੋਰ ਬਹੁਤ ਸਾਰੇ ਸੁਧਾਰ ਹੋਏ ਨੇ। ਲੇਕਿਨ ਅਸੀਂ ਅੱਜ ਇਹਨਾਂ ਜਿਹੜੇ ਸੁਧਾਰਾਂ ਨੂੰ, ਜਿਹੜੀ ਸਰਕਾਰ ਕਹਿੰਦੀ ਹੈ ਸੁਧਾਰ ਨੇ ਔਰ ਕਿਸਾਨ ਕਹਿੰਦੀ ਹੈ ਕਿ ਨਹੀਂ ਇਹ ਸੁਧਾਰ ਹੈਗੇ ਨੇ, ਕਿ ਨਾ ਕਿਤੋਂ ਇਹ ਤੋਂ ਵੀ ਅਸੀਂ ਕਿਵੇਂ ਨਾ ਕਿਵੇਂ ਫਾਇਦਾ ਚੱਕਣਾ। ਔਰ ਇਹ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਜਿਹੜੇ ਅੱਗੇ ਹੈ ਨੇ, ਵੈਸੇ ਤਾਂ ਮੈਨੂੰ ਕੋਈ ਨਜ਼ਰ ਹੀ ਨਹੀਂ ਆ ਰਿਹਾ ਕੋਈ ਇਹੋ ਜਿਹਾ ਲੀਡਰ ਜਿਹੜਾ ਕਿ ਮੈਨੂੰ ਕੋਈ ਠੋਸ ਆਪਾਂ ਗੱਲ ਕਰ ਸਕਦੇ ਹੋਈਏ ਕਿ ਨਹੀਂ ਜੀ ਮੈਂ ਜਾ ਕੇ ਅੱਗੇ ਗੱਲ ਕਰਾਂਗਾ ਔਰ ਜਾਂ ਉਹਨੂੰ ਰਿਪਰੈਜ਼ੈਂਟ ਕਰਨ ਦਾ ਜਿਹੜੇ ਜਿੰਨੇ ਵੀ ਅੱਗੇ ਹੈ ਨੇ, ਜਿਵੇਂ ਆਪਾਂ ਕਹਿ ਰਹੇ ਸੀ ਕਿ 40 ਜਥੇਬੰਦੀਆਂ ਹੈ ਸੀ। ਹਾਂਜੀ ਬਿਲਕੁਲ। ਜਿਹੜੇ ਸ਼ਾਇਦ 32 ਜਥੇਬੰਦੀਆਂ ਹੈ ਸੀ ਉਹ ਸਿਰਫ ਪੰਜਾਬ ਤੋਂ ਸੀ, ਬਾਕੀ 10 ਜਥੇਬੰਦੀਆਂ 40 ਜਥੇਬੰਦੀਆਂ ਤੋਂ ਆ। ਤੇ ਉਸ ਤੋਂ ਬਾਅਦ ਜਿਹੜਾ ਹੁਣ ਨਵਾਂ ਕਿਸਾਨ ਮਜ਼ਦੂਰ ਮੋਰਚਾ ਬਣ ਗਿਆ, ਉਹ ਆਪਣਾ ਵੱਖਰਾ ਉਹਨਾਂ ਨੇ ਸਟੇਜ ਲਾਈ ਹੋਈ ਹੈ ਤੇ ਉਹ ਵੱਖਰੀ ਨੁਮਾਇੰਦਗੀ ਕਰ ਰਹੇ ਨੇ। ਹਾਂਜੀ, ਸੋ ਮੈਂ ਉਸ ਟਾਈਮ ਵੀ ਇਹ ਗੱਲ ਕੀਤੀ ਸੀ, ਅੱਜ ਤੋਂ ਸ਼ਾਇਦ 1.5 ਮਹੀਨਾ ਪਹਿਲਾਂ, ਕਿ ਜੇ 40 ਜਥੇਬੰਦੀਆਂ ਦੀ ਬਜਾਏ ਅਸੀਂ 5 ਆਪਣੇ ਲੀਡਰ ਚੁਣੀਏ ਔਰ 5 ਲੀਡਰ ਸਾਨੂੰ ਰਿਪਰੈਜ਼ੈਂਟ ਕਰਨ, ਉਹ ਇਕਜੁੱਟ ਹੋ ਕੇ ਇੱਕ ਆਵਾਜ਼ ਹੋ ਕੇ ਆਵਾਜ਼ ਲੈ ਕੇ ਜਾਣ ਅੱਗੇ, ਤਾਂ ਇਸ ਚੀਜ਼ ਦਾ ਹੱਲ ਨਿਕਲ ਸਕਦਾ ਹੈ। ਜੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤਿਆਰ ਹਾਂ ਗੱਲ ਕਰਨ ਨੂੰ ਔਰ ਇਹ 5 ਜਿਹੜੇ ਆਪਣੇ ਲੀਡਰ ਸਾਹਿਬਾਨ ਜਾਣਗੇ ਜੋ ਰਿਪਰੈਜ਼ੈਂਟੇਟਿਵ ਹੋਣਗੇ ਕਿਸਾਨਾਂ ਦੇ, ਉਹ ਜਾ ਕੇ ਗੱਲ ਕਰਨ, ਮੈਨੂੰ ਨਹੀਂ ਲੱਗਦਾ ਕੋਈ ਵੀ ਇਹੋ ਜਿਹੀ ਸਟੇਜ ਹੋ ਸਕਦੀ ਹੈ ਕਿ ਟੇਬਲ 'ਤੇ ਬੈਠ ਕੇ ਗੱਲ ਨੂੰ ਨਾ ਸੋਲਵ ਕੀਤਾ ਜਾ ਸਕਦਾ ਹੋਵੇ। ਬਿਲਕੁਲ ਜੀ ਹਰਕੀਰਤ ਜੀ, ਕਿਉਂਕਿ ਸਮੇਂ ਦੀ ਘਾਟ ਕਰਕੇ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਨਹੀਂ ਲਿਜਾ ਸਕਦੇ। ਸੋ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਿਮਰਨ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਤੱਕ ਪਹੁੰਚਾ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋ ਜਾਂ ਈਮੇਲ ਦੇ ਜ਼ਰੀਏ ਵੀ ਤੁਸੀਂ ਆਪਣੇ ਜਿਹੜੇ ਵਿਚਾਰ ਸਾਡੇ ਤੱਕ ਪਹੁੰਚਾ ਸਕਦੇ ਹੋ। ਅਗਲੇ ਹਫ਼ਤੇ ਫਿਰ ਨਵਾਂ ਸਟਾਰ ਟਾਕ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।